ਦੁਨੀਆ 'ਚ ਹਰ ਇਨਸਾਨ ਕਾਮਯਾਬੀ ਦਾ ਅਸਮਾਨ ਛੂਹਣਾ ਚਾਹੁੰਦਾ ਹੈ। ਡਾਕਟਰ ਕਲਾਮ ਜੀ ਨੇ ਉਸ ਅਸਮਾਨ ਨੂੰ ਸਿਰਫ ਛੂਹ ਕੇ ਨਹੀਂ ਛੱਡਿਆ, ਉਹਨਾਂ ਨੇ ਤਾਂ ਉਸ ਅਸਮਾਨ ਨੂੰ ਭੇਦ ਕੇ ਉਸ ਪਾਰ ਦੇ ਰਹੱਸ ਜਾਣੇ ਤੇ ਸੰਪੂਰਨ ਹੋ ਗਏ। ਉਹ ਜਾਗਦਿਆਂ ਸੁਪਨੇ ਲੈਣ ਵਾਲਿਆਂ ਤੇ ਉਹਨਾਂ ਨੂੰ ਸਾਕਾਰ ਕਰਨ ਵਾਲੇ ਪ੍ਰੇਰਨਾ ਸਰੋਤ ਬਣੇ। ਉਹਨਾਂ ਆਪਣੀ ਚਾਹਣ ਵਾਲਿਆਂ ਨੂੰ ਆਪਣੀ ਵਿਚਾਰਾਂ ਨਾਲ ਜ਼ਿੰਦਗੀ ਦੇ ਪੈਂਡੇ ਨੂੰ ਪਾਰ ਕਰਨ ਦੀ ਗੁਰ ਸਿਖਾਏ। ਉਹਨਾਂ ਨੇ ਨੌਜਵਾਨਾਂ ਨੂੰ ਮੌਕਿਆਂ ਦੀ ਉਡੀਕ ਵਿੱਚ ਬੈਠਣ ਦੀ ਥਾਂ ਉੱਦਮ ਕਰਨ ਦੀ ਰਾਹ ਦਿਖਾਈ। ਸੋ ਅਜਿਹੀ ਅਦੁੱਤੀ ਸ਼ਖਸੀਅਤ ਬਾਰੇ ਅਸੀਂ ਪ੍ਰਿਥਵੀ ਰਾਜ ਥਾਪਰ ਜੀ ਦਾ ਲਿਖਿਆ ਪਾਠ ਅੰਤਕ ਵਿਗਿਆਨੀ ਡਾਕਟਰ ਅਬਦੁਲ ਕਲਾਮ ਪੜ੍ਹਨ ਜਾ ਰਹੇ ਹਾਂ। ਮੇਰੇ ਮਰਨ ਉਪਰੰਤ ਛੁੱਟੀ ਦਾ ਐਲਾਨ ਨਾ ਕਰਨਾ। ਜੇਕਰ ਤੁਸੀਂ ਮੈਨੂੰ ਸੱਚਮੁੱਚ ਪਿਆਰ ਕਰਦੇ ਹੋ ਤਾਂ ਉਸ ਦਿਨ ਵੱਧ ਤੋਂ ਵੱਧ ਕੰਮ ਕਰਨਾ। ਇਹ ਸ਼ਬਦ ਕਹੇ ਸਨ ਭਾਰਤ ਦੇ ਸਾਬਕਾ ਰਾਸ਼ਟਰਪਤੀ ਅਤੇ ਵਿਗਿਆਨੀ ਸਵਰਗੀ ਡਾਕਟਰ APJ ਅਬਦੁਲ ਕਲਾਮ ਨੇ। ਡਾਕਟਰ ਕਲਾਮ ਦਾ ਜਨਮ ਭਾਰਤ ਦੇ ਤਾਮਿਲਨਾਡੂ ਸੂਬੇ ਦੇ ਰਾਮੇਸ਼ਵਰਮ ਵਿੱਚ ਧਨੁਸ਼ਕੋਡੀ ਵਿਖੇ ਇੱਕ ਮੁਸਲਿਮ ਪਰਿਵਾਰ ਵਿੱਚ ਹੋਇਆ। ਆਪ ਦੇ ਪਿਤਾ ਦਾ ਨਾਂ ਜੈਨ ਲਾਬੂਦੀਨ ਤੇ ਮਾਂ ਦਾ ਨਾਂ ਆਸ਼ਿਆਮਾ ਸੀ। ਇਹ ਇੱਕ ਸਧਾਰਨ ਪਰਿਵਾਰ ਸੀ। ਕਲਾਮ ਘਰ ਵਿੱਚ ਆਪਣੀ 4 ਭਰਾਵਾਂ ਤੇ ਇੱਕ ਭੈਣ ਤੋਂ ਛੋਟੇ ਸਨ। ਕਲਾਮ ਦੇ ਪੁਰਖਿਆਂ ਦਾ ਕਿਸ਼ਤੀਆਂ ਦਾ ਚੰਗਾ ਚੋਖਾ ਵਪਾਰ ਸੀ, ਪਰ ਕਾਰੋਬਾਰ ਵਿੱਚ ਘਾਟਾ ਪੈਣ ਕਾਰਨ ਉਹ ਕਾਫੀ ਗਰੀਬ ਹੋ ਗਈ। ਇਸ ਲਈ ਅਬਦੁਲ ਕਲਾਮ ਨੂੰ ਅਖਬਾਰ ਵੇਚ ਕੇ ਘਰ ਵਾਲਿਆਂ ਦੀ ਸਹਾਇਤਾ ਕਰਨੀ ਪਈ। ਸਕੂਲੀ ਪੜ੍ਹਾਈ ਦੌਰਾਨ ਕਲਾਮ ਇੱਕ ਸਧਾਰਨ ਵਿਦਿਆਰਥੀ ਸਨ, ਪਰ ਉਹ ਮਿਹਨਤੀ ਸਨ ਤੇ ਕੁਝ ਨਵਾਂ ਸਿੱਖਣ ਦੀ ਇੱਛਾ ਰੱਖਦੇ ਸਨ। ਉਹਨਾਂ ਦੀ ਅੰਕ ਗਣਿਤ ਦੇ ਵਿਸ਼ੇ 'ਚ ਵਿਸ਼ੇਸ਼ ਰੁਚੀ ਸੀ। ਰੁਚੀ ਦਾ ਮਤਲਬ ਹੁੰਦਾ ਹੈ ਦਿਲਚਸਪੀ। ਰਾਮਾਨਾਥਪੁਰਮ ਤੋਂ 10ਵੀਂ ਪਾਸ ਕਰਕੇ ਡਾਕਟਰ ਕਲਾਮ ਨੇ ਤਿਰੁਚਿਰਾਪੱਲੀ ਵਿਖੇ ਸੇਂਟ ਜੋਸਫ ਕਾਲਜ ਤੋਂ ਭੌਤਿਕ ਵਿਗਿਆਨ ਵਿੱਚ BA ਪਾਸ ਕੀਤੀ। ਵਿਗਿਆਨੀ ਵਜੋਂ ਡਾਕਟਰ ਕਲਾਮ ਦਾ ਜੀਵਨ ਸੰਘਰਸ਼ ਭਰਪੂਰ ਰਿਹਾ। ਸੰਨ 1955 ਈਸਵੀ ਵਿੱਚ ਆਪ ਪੁਲਾੜ ਵਿਦਿਆ ਲਈ ਮਦਰਾਸ ਇੰਸਟੀਚਿਊਟ ਆਫ ਟੈਕਨੋਲੋਜੀ ਵਿੱਚ ਦਾਖਲ ਹੋ ਗਏ। ਉਹ ਭਾਰਤੀ ਹਵਾਈ ਫੌਜ ਦੇ ਜੰਗੀ ਜਹਾਜ਼ਾਂ ਪਾਇਲਟ ਬਣਨ ਵਾਲੇ ਆਪਣੇ ਸੁਪਨੇ ਤੋਂ ਖੁੰਝ ਗਏ ਸਨ। ਖੁੰਝ ਕੇ ਮਤਲਬ ਰਹਿ ਗਏ। 1960 ਈਸਵੀ ਵਿੱਚ ਡਾਕਟਰ ਕਲਾਮ ਬਤੌਰ ਵਿਗਿਆਨੀ ਰੱਖਿਆ ਖੋਜ ਤੇ ਵਿਕਾਸ ਸੰਸਥਾ ਵਿੱਚ ਸ਼ਾਮਿਲ ਹੋ ਗਏ। ਉਹਨਾਂ ਨੇ ਇੱਕ ਛੋਟੇ ਹੋਵਰਕ੍ਰਾਫਟ ਹੁੰਦਾ ਹੈ ਪਾਣੀ ਜਾਂ ਜ਼ਮੀਨ ਦੇ ਨੇੜੇ ਉੱਡ ਸਕਣ ਵਾਲਾ ਜਹਾਜ਼। ਉਹਨਾਂ ਨੇ ਇੱਕ ਛੋਟੇ ਹੋਵਰਕ੍ਰਾਫਟ ਦਾ ਨਿਰਮਾਣ ਕਰਕੇ ਆਪਣੇ ਪੇਸ਼ੇਵਰ ਜੀਵਨ ਦੀ ਸ਼ੁਰੂਆਤ ਕੀਤੀ, ਪਰ ਉਹ ਆਪਣੀ ਨੌਕਰੀ ਦੀ ਇਸ ਚੋਣ ਤੋਂ ਸੰਤੁਸ਼ਟ ਨਹੀਂ ਸਨ। ਫਿਰ ਉਹ ਭਾਰਤੀ ਪੁਲਾੜ ਖੋਜ ਸੰਸਥਾ ISRO ਚਲੇ ਗਏ। ਇੱਥੇ ਉਹ ਪਹਿਲੇ ਭਾਰਤੀ ਲਾਂਚ ਵਹੀਕਲ ਦੇ ਪ੍ਰੋਜੈਕਟ ਡਾਇਰੈਕਟਰ ਨਿਯੁਕਤ ਹੋਏ। 1982 ਵਿੱਚ ਡਾਕਟਰ ਸਾਹਿਬ ਬਤੌਰ ਡਾਇਰੈਕਟਰ DRDO ਵਿੱਚ ਵਾਪਸ ਆ ਗਏ। ਇੱਥੇ ਉਹਨਾਂ ਨੇ ਸੰਗਠਿਤ ਨਿਰਦੇਸ਼ਿਤ ਮਿਜ਼ਾਈਲ ਵਿਕਾਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। 1992 ਵਿੱਚ ਉਹ ਭਾਰਤੀ ਰੱਖਿਆ ਮੰਤਰੀ ਦੇ ਸੀਨੀਅਰ ਵਿਗਿਆਨਕ ਸਲਾਹਕਾਰ ਬਣੇ। ਇਸ ਅਹੁਦੇ ਦੀ ਉਹਨਾਂ ਨੇ ਪਰਮਾਣੂ ਪਰਖਾਂ ਦੇ ਵਿਕਾਸ ਦੀ ਮੁਹਿੰਮ ਲਈ ਵਰਤੋਂ ਕੀਤੀ। ਮਈ 1998 ਦੀਆਂ ਪੋਖਰਨ 2 ਪਰਖਾਂ, ਜਿਨ੍ਹਾਂ ਵਿੱਚ 5 ਪਰਮਾਣੂ ਯੰਤਰਾਂ ਦਾ ਵਿਸਫੋਟ ਕੀਤਾ ਗਿਆ ਸੀ, ਵਿੱਚ ਡਾਕਟਰ ਕਲਾਮ ਦੀ ਮੁੱਖ ਭੂਮਿਕਾ ਸੀ। ਇਨ੍ਹਾਂ ਪਰਖਾਂ ਦੀ ਦੁਨੀਆ ਦੀਆਂ ਹੋਰਨਾਂ ਤਾਕਤਾਂ ਨੇ ਨੁਕਤਾਚੀਨੀ ਕਰਦਿਆਂ ਪਾਬੰਦੀਆਂ ਲਗਾ ਦਿੱਤੀਆਂ ਸਨ। ਇਸ ਦੇ ਬਾਵਜੂਦ ਦੇਸ਼ ਦੀ ਰੱਖਿਆ ਦੇ ਖੇਤਰ ਵਿੱਚ ਕਲਾਮ ਇੱਕ ਰਾਸ਼ਟਰੀ ਹੀਰੋ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਏ। ਵਿਗਿਆਨ ਦੇ ਖੇਤਰ ਵਿੱਚ ਮਾਰੀਆਂ ਮੱਲਾਂ ਦਾ ਮਤਲਬ ਹੁੰਦਾ ਪ੍ਰਾਪਤੀਆਂ। ਵਿਗਿਆਨ ਦੇ ਖੇਤਰ ਵਿੱਚ ਮਾਰੀਆਂ ਮੱਲਾਂ ਕਾਰਨ ਕਲਾਮ ਸਾਹਿਬ ਨੂੰ ਖੂਬ ਪ੍ਰਸਿੱਧੀ ਮਿਲੀ। ਸਰਕਾਰੀ ਦਰਬਾਰੇ ਉਹਨਾਂ ਦਾ ਮਾਨ ਸਨਮਾਨ ਵਧਿਆ। ਸੰਨ 2002 ਵਿੱਚ ਰਾਸ਼ਟਰੀ ਸੱਤਾਧਾਰੀ ਲੋਕ ਰਾਜੀ ਗਠਜੋੜ ਦੀ ਮਦਦ ਨਾਲ ਡਾਕਟਰ APJ ਅਬਦੁਲ ਕਲਾਮ ਭਾਰਤ ਦੇ 11ਵੇਂ ਰਾਸ਼ਟਰਪਤੀ ਬਣ ਗਏ।
ਇਸ ਅਹੁਦੇ ਉੱਪਰ ਵੀ ਉਹਨਾਂ ਨੇ ਚੰਗਾ ਨਾਮਣਾ ਖੱਟਿਆ। ਨਾਮਣਾ ਖੱਟਿਆ ਦਾ ਮਤਲਬ ਹੁੰਦਾ ਹੈ ਪ੍ਰਸਿੱਧੀ ਪ੍ਰਾਪਤ ਕਰਨਾ, ਮਸ਼ਹੂਰੀ ਹੋਣਾ, ਪ੍ਰਸ਼ੰਸਾ ਹੋਣਾ। ਉਹ ਬਹੁਤ ਹੀ ਮਿਲਣਸਾਰ ਸਨ। ਉਹਨਾਂ ਨੇ ਆਪਣੀ ਰਾਸ਼ਟਰਪਤੀ ਕਾਲ ਦੀ 5 ਸਾਲਾ ਮਿਆਦ ਦੌਰਾਨ 5 ਲੱਖ ਨੌਜਵਾਨਾਂ ਨਾਲ ਵਿਅਕਤੀਗਤ ਤੌਰ 'ਤੇ ਮੀਟਿੰਗਾਂ ਕਰਨ ਦਾ ਟੀਚਾ ਮਿੱਥਿਆ। ਉਹਨਾਂ ਨੂੰ ਪੀਪਲਜ਼ ਪ੍ਰੈਜ਼ੀਡੈਂਟ ਕਰਾਰ ਦਿੱਤਾ ਗਿਆ। ਰਾਸ਼ਟਰਪਤੀ ਦੇ ਅਹੁਦੇ ਤੋਂ ਸੇਵਾ ਮੁਕਤ ਹੋਣ ਮਗਰੋਂ ਡਾਕਟਰ ਕਲਾਮ ਨੇ ਕਈ ਵਿਦਿਅਕ ਸੰਸਥਾਵਾਂ ਵਿੱਚ ਬਤੌਰ ਵਿਜ਼ਿਟਿੰਗ ਪ੍ਰੋਫੈਸਰ ਪੜ੍ਹਾਉਣਾ ਸ਼ੁਰੂ ਕੀਤਾ। ਉਹ ਸਮੱਸਿਆਵਾਂ ਦੇ ਸੁਝਾਅ ਨਹੀਂ ਬਲਕਿ ਉਹਨਾਂ ਦੇ ਹੱਲ ਦੱਸਦੇ ਸਨ। ਦੇਸ਼ ਲਈ ਉਹ ਹਮੇਸ਼ਾ ਫਿਕਰਮੰਦ ਰਹਿੰਦੇ ਸਨ। ਮਈ 2012 ਵਿੱਚ ਡਾਕਟਰ ਸਾਹਿਬ ਨੇ ਭ੍ਰਿਸ਼ਟਾਚਾਰ ਖਤਮ ਕਰਨ ਦੇ ਮਕਸਦ ਨਾਲ ਭਾਰਤ ਦੇ ਨੌਜਵਾਨਾਂ ਲਈ ਵਟ ਕੈਨ ਆਈ ਗਿਵ ਮੂਵਮੈਂਟ ਦੀ ਸ਼ੁਰੂਆਤ ਕੀਤੀ। ਉਹਨਾਂ ਦਾ ਮੰਨਣਾ ਸੀ ਜੇਕਰ ਕਿਸੇ ਦੇਸ਼ ਨੂੰ ਭ੍ਰਿਸ਼ਟਾਚਾਰ ਰਹਿਤ ਅਤੇ ਸੁੰਦਰ ਮਨ ਵਾਲੇ ਲੋਕਾਂ ਦਾ ਦੇਸ਼ ਬਣਾਉਣਾ ਹੈ ਤਾਂ ਸਮਾਜ ਦੇ 3 ਪ੍ਰਮੁੱਖ ਮੈਂਬਰ ਪਿਤਾ, ਮਾਤਾ ਅਤੇ ਗੁਰੂ ਇਹ ਕੰਮ ਕਰ ਸਕਦੇ ਹਨ। ਆਪਣੀ ਕਿਤਾਬ ਇੰਡੀਆ 2000 ਵਿੱਚ ਡਾਕਟਰ ਕਲਾਮ ਨੇ ਭਾਰਤ ਨੂੰ ਨੌਲੇਜ ਸੁਪਰ ਪਾਵਰ ਬਣਾਉਣ ਵਾਲੀ ਕਾਰਜ ਯੋਜਨਾ ਦੀ ਵਕਾਲਤ ਕੀਤੀ ਸੀ। ਵਕਾਲਤ ਦਾ ਮਤਲਬ ਹੁੰਦਾ ਹੈ ਹੱਕ ਵਿੱਚ ਬੋਲਣਾ, ਬਿਆਨ ਦੇਣਾ। ਉਹਨਾਂ ਨੇ ਭਾਰਤ ਦੇ ਪਰਮਾਣੂ ਹਥਿਆਰਾਂ ਦੇ ਪ੍ਰੋਗਰਾਮ ਨੂੰ ਭਾਰਤ ਦੀ ਭਾਵੀ ਮਹਾਸ਼ਕਤੀ ਲਈ ਇੱਕ ਰਾਹ ਕਰਾਰ ਦਿੱਤਾ। ਭਾਵੀ ਮਤਲਬ ਭਵਿੱਖ ਦੀ। ਇਸ ਖਾਤਰ ਉਹਨਾਂ ਨੇ 5 ਖੇਤਰਾਂ ਦੀ ਪਛਾਣ ਕੀਤੀ। ਇਹ ਸਨ ਖੇਤੀਬਾੜੀ ਤੇ ਖੁਰਾਕੀ ਵਸਤਾਂ, ਸਿੱਖਿਆ ਤੇ ਸਿਹਤ, ਸੂਚਨਾ ਤੇ ਸੰਚਾਰ ਤਕਨਾਲੋਜੀ, ਦੇਸ਼ ਦੇ ਹਰ ਹਿੱਸੇ ਲਈ ਭਰੋਸੇਯੋਗ ਤੇ ਮਿਆਰੀ ਬਿਜਲੀ ਊਰਜਾ, ਸੜਕੀ ਆਵਾਜਾਈ ਦਾ ਬੁਨਿਆਦੀ ਢਾਂਚਾ ਅਤੇ ਅਹਿਮ ਤਕਨਾਲੋਜੀਆਂ ਵਿੱਚ ਸਵੈ ਨਿਰਭਰਤਾ। ਮਿਆਰੀ ਦਾ ਮਤਲਬ ਹੁੰਦਾ ਹੈ ਉੱਚ ਪੱਧਰ ਦੀ, ਉੱਚ ਦਰਜੇ ਵਾਲੀ, ਉੱਚ ਕੋਟੀ ਦੀ। ਡਾਕਟਰ ਕਲਾਮ ਨੇ ਕਿਹਾ ਕਿ ਇਹ ਸਾਰੇ ਖੇਤਰ ਇੱਕ ਦੂਜੇ ਨਾਲ ਸੰਬੰਧਿਤ ਹਨ। ਜੇਕਰ ਇਹ ਸਾਰੇ ਇਕੱਠੇ ਅੱਗੇ ਵਧਣਗੇ ਤਾਂ ਇਸ ਨਾਲ ਦੇਸ਼ ਖੁਰਾਕ, ਆਰਥਿਕਤਾ ਅਤੇ ਰਾਸ਼ਟਰੀ ਸੁਰੱਖਿਆ ਦੇ ਖੇਤਰ 'ਚ ਅੱਗੇ ਵਧੇਗਾ। ਡਾਕਟਰ ਕਲਾਮ ਦਾ ਮੰਨਣਾ ਸੀ ਕਿ ਸੌਫਟਵੇਅਰ ਦੀ ਵੱਡੀ ਪੱਧਰ ਉੱਪਰ ਵਰਤੋਂ ਨਾਲ ਵੱਧ ਤੋਂ ਵੱਧ ਲੋਕਾਂ ਤੱਕ ਸੂਚਨਾ ਤਕਨਾਲੋਜੀ ਦੇ ਫਾਇਦੇ ਪਹੁੰਚਣਗੇ। ਸਵੈਮਾਨ ਹਾਸਲ ਕਰਨ ਬਾਰੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਇਹ ਨਹੀਂ ਜਾਣਦੇ ਕਿ ਆਤਮ ਸਨਮਾਨ ਆਤਮ ਨਿਰਭਰਤਾ ਦੇ ਨਾਲ ਆਉਂਦਾ ਹੈ। ਅਬਦੁਲ ਕਲਾਮ ਤਿਆਗ ਦੀ ਮੂਰਤੀ ਸਨ। ਉਹਨਾਂ ਨੇ ਵਿਆਹ ਨਾ ਕਰਵਾ ਕੇ ਆਪਣੀ ਸਾਰੀ ਜ਼ਿੰਦਗੀ ਦੇਸ਼ ਦੇ ਲੇਖੇ ਲਾ ਦਿੱਤੀ। ਲੇਖੇ ਮਤਲਬ ਨਾ ਲਗਾਉਣਾ। ਉਹ ਸਾਦਗੀ ਪਸੰਦ ਇਨਸਾਨ ਸਨ। ਉਹ ਵੱਡੇ ਤੜਕੇ ਭਾਵ ਰਾਤ ਨੂੰ 2 ਵਜੇ ਸੋ ਕੇ ਸਵੇਰੇ 6:30-7 ਵਜੇ ਉੱਠਣ ਦੇ ਆਦੀ ਸਨ। ਉਹਨਾਂ ਦੀ ਸਾਦਾ ਰਹਿਣੀ ਬਹਿਣੀ ਸੀ। ਉਹਨਾਂ ਨੇ ਕਦੇ ਟੀਵੀ ਨਹੀਂ ਰੱਖਿਆ। ਮੌਤ ਸਮੇਂ ਉਹਨਾਂ ਦੀਆਂ ਕੁਝ ਮਨਪਸੰਦ ਨਿੱਜੀ ਚੀਜ਼ਾਂ ਵਸਤਾਂ ਪ੍ਰਾਪਤ ਹੋਈਆਂ। ਉਹਨਾਂ ਵਿੱਚ ਸ਼ਾਮਿਲ ਸਨ ਕੁਝ ਕਿਤਾਬਾਂ, ਕੱਪੜੇ ਲੱਤੇ, ਵੀਣਾ, CD ਪਲੇਅਰ ਤੇ ਲੈਪਟਾਪ। ਸੰਨ 2011 ਵਿੱਚ ਬਣੀ ਫਿਲਮ ਆਈ ਐਮ ਕਲਾਮ ਵਿੱਚ ਉਹਨਾਂ ਨੂੰ ਗਰੀਬਾਂ ਦਾ ਮਸੀਹਾ ਦਰਸਾਇਆ ਗਿਆ ਹੈ। ਛੋਟੂ ਨਾਂ ਦੇ ਇੱਕ ਰਾਜਸਥਾਨੀ ਬੱਚੇ ਨੇ ਆਪਣੇ ਇਸ਼ਟ ਦੇ ਸਨਮਾਨ 'ਚ ਆਪਣਾ ਨਾਂ ਕਲਾਮ ਰੱਖਿਆ। ਇਸ਼ਟ ਦਾ ਮਤਲਬ ਹੁੰਦਾ ਹੈ ਪੂਜਣਯੋਗ, ਮਨ ਭਾਉਂਦੀ ਸ਼ਖਸੀਅਤ। ਧਰਮ ਨਿਰਪੱਖਤਾ ਸਾਰੀ ਉਮਰ ਡਾਕਟਰ ਕਲਾਮ ਲਈ ਬਹੁਤ ਮਹੱਤਵਪੂਰਨ ਮੁੱਦਾ ਰਹੀ। ਉਹਨਾਂ ਦੀ ਇਹ ਭਾਵਨਾ ਉਹਨਾਂ ਵੱਲੋਂ ਪ੍ਰਮੁੱਖ ਸਵਾਮੀ ਜੀ ਨਾਲ ਅਧਿਆਤਮਕ ਅਨੁਭਵ ਬਾਰੇ ਲਿਖੀ ਇੱਕ ਕਿਤਾਬ ਵਿੱਚੋਂ ਪ੍ਰਗਟ ਹੁੰਦੀ ਹੈ। ਰੋਜ਼ਾਨਾ ਨਮਾਜ਼ ਦੇ ਰਮਜ਼ਾਨ ਦੇ ਰੋਜ਼ੇ ਡਾਕਟਰ ਕਲਾਮ ਦੇ ਧਾਰਮਿਕ ਵਿਸ਼ਵਾਸਾਂ ਵਿੱਚ ਸ਼ਾਮਿਲ ਸਨ। ਰਮਜ਼ਾਨ ਹੁੰਦਾ ਹੈ ਹਿਜਰੀ ਕੈਲੰਡਰ ਮੁਤਾਬਿਕ ਮੁਸਲਮਾਨਾਂ ਦਾ 9ਵਾਂ ਮਹੀਨਾ ਜਦੋਂ ਉਹ ਰੋਜ਼ੇ ਯਾਨੀ ਵਰਤ ਰੱਖਦੇ ਹਨ। ਉਹਨਾਂ ਦੇ ਪਿਤਾ ਨੇ ਆਪਣੇ ਬੱਚਿਆਂ 'ਚ ਧਾਰਮਿਕ ਸੰਸਕਾਰ ਕੁੱਟ-ਕੁੱਟ ਕੇ ਭਰੇ ਹੋਏ ਸਨ। ਉਹ ਨੌਜਵਾਨ ਕਲਾਮ ਦੇ ਅੰਦਰ ਧਰਮ ਵਿਸ਼ਵਾਸ ਅਤੇ ਪ੍ਰਵਚਨ ਵਾਲੇ ਗੁਣ ਤੋਂ ਬਹੁਤ ਪ੍ਰਭਾਵਿਤ ਸਨ। ਪ੍ਰਵਚਨ ਮਤਲਬ ਬਚਨ। ਦੇਸ਼ ਦੇ ਧਾਰਮਿਕ, ਸਮਾਜਿਕ ਤੇ ਸਿਆਸੀ ਨੇਤਾਵਾਂ ਵਿਚਕਾਰ ਗੱਲਬਾਤ ਤੇ ਪ੍ਰਵਚਨ ਦੀ ਗੁੜਤੀ ਉਹਨਾਂ ਨੂੰ ਘਰ ਵਿੱਚੋਂ ਹੀ ਪ੍ਰਾਪਤ ਹੋਈ ਸੀ। ਗੁੜਤੀ ਦਾ ਮਤਲਬ ਹੁੰਦਾ ਹੈ ਜਨਮ ਕੁੱਟੀ। ਇੱਥੇ ਮੁੱਢਲੀ ਸਿੱਖਿਆ ਤੋਂ ਦੇ ਲਈ ਗੁੜਤੀ ਵਰਡ ਯੂਜ਼ ਕੀਤਾ ਗਿਆ।
ਉਹਨਾਂ ਦਾ ਮੰਨਣਾ ਸੀ ਕਿ ਮਹਾਨ ਲੋਕਾਂ ਲਈ ਧਰਮ ਦੋਸਤ ਬਣਾਉਣ ਦਾ ਇੱਕ ਮਾਧਿਅਮ ਹੈ, ਜਦਕਿ ਛੋਟੀ ਸੋਚ ਵਾਲੇ ਲੋਕਾਂ ਲਈ ਇਹ ਲੜਨ ਦਾ ਸਾਧਨ ਹੈ। ਉਹਨਾਂ ਨੇ ਇਹ ਗੱਲ ਜ਼ੋਰ ਨਾਲ ਉਠਾਈ ਕਿ ਕਿਸੇ ਵੀ ਧਰਮ ਵਿੱਚ ਆਪਣੇ ਧਰਮ ਨੂੰ ਬਰਕਰਾਰ ਰੱਖਣ ਜਾਂ ਉਸ ਨੂੰ ਅੱਗੇ ਵਧਾਉਣ ਲਈ ਦੂਜਿਆਂ ਨੂੰ ਮਾਰਨਾ ਨਹੀਂ ਦੱਸਿਆ ਗਿਆ। ਇਸਲਾਮ ਅਤੇ ਕੁਰਾਨ ਸ਼ਰੀਫ ਵਿੱਚ ਆਸਥਾ ਦਾ ਮਤਲਬ ਹੁੰਦਾ ਹੈ ਵਿਸ਼ਵਾਸ, ਭਰੋਸਾ, ਯਕੀਨ। ਇਸਲਾਮ ਅਤੇ ਕੁਰਾਨ ਸ਼ਰੀਫ ਵਿੱਚ ਆਸਥਾ ਦੇ ਨਾਲ ਨਾਲ ਕਲਾਮ ਹਿੰਦੂ ਰਿਵਾਇਤਾਂ ਤੋਂ ਵੀ ਵਾਕਿਫ ਸਨ। ਵਾਕਿਫ ਮਤਲਬ ਜਾਣਕਾਰ, ਉਹਨਾਂ ਬਾਰੇ ਵੀ ਜਾਣਦੇ ਸਨ। ਉਹਨਾਂ ਨੇ ਸੰਸਕ੍ਰਿਤ ਭਾਸ਼ਾ ਸਿੱਖ ਕੇ ਭਗਵਤ ਗੀਤਾ ਪੜ੍ਹੀ। ਉਹ ਸ਼ਾਕਾਹਾਰੀ ਸਨ। ਸ਼ਾਕਾਹਾਰੀ ਮਤਲਬ ਮਾਸ ਨਾ ਖਾਣ ਵਾਲੇ। ਉਹਨਾਂ ਨੇ ਸਵਾਮੀ ਨਾਰਾਇਣ ਸੰਪਰਦਾ ਦੇ ਗੁਰੂ ਪ੍ਰਮੁੱਖ ਸਵਾਮੀ ਨੂੰ ਆਪਣਾ ਆਖਰੀ ਧਾਰਮਿਕ ਗੁਰੂ ਮੰਨਿਆ। ਰਾਸ਼ਟਰਪਤੀ ਬਣਨ ਉਪਰੰਤ ਪਾਰਲੀਮੈਂਟ ਵਿੱਚ ਦਿੱਤੇ ਆਪਣੇ ਮੁੱਢਲੇ ਭਾਸ਼ਣ ਵਿੱਚ ਡਾਕਟਰ ਕਲਾਮ ਨੇ ਕਿਹਾ ਸੀ ਕਿ ਉਹ ਵਧੇਰੇ ਇੱਕ ਮੁੱਠ ਭਾਰਤ ਲਈ ਕੋਸ਼ਿਸ਼ਾਂ ਕਰਨੀਆਂ ਚਾਹੁੰਦੇ ਹਨ। ਇੱਕ ਮੁੱਠ ਹੁੰਦਾ ਹੈ ਏਕਤਾ ਵਾਲੇ। ਵਿਕਾਸ ਬਾਰੇ ਡਾਕਟਰ ਕਲਾਮ ਦੀ ਸੋਚ ਬਹੁਤ ਸਪਸ਼ਟ ਸੀ। ਦਹਿਸ਼ਤਵਾਦ, ਅੰਦਰੂਨੀ ਵਿਵਾਦ ਅਤੇ ਬੇਰੁਜ਼ਗਾਰੀ ਨੂੰ ਉਹ ਮੁੱਖ ਚੁਣੌਤੀਆਂ ਮੰਨਦੇ ਸਨ। ਚੁਣੌਤੀਆਂ ਮਤਲਬ ਵੰਗਾਰਾ। ਉਹਨਾਂ ਨੇ ਗਰੀਬਾਂ ਨੂੰ ਸਿਹਤਮੰਦ ਬਣਾਉਣ ਅਤੇ ਪੜ੍ਹਾਉਣ ਦੀ ਵਕਾਲਤ ਕੀਤੀ। ਵਕਾਲਤ ਮਤਲਬ ਤਰਫਦਾਰੀ, ਹੱਕ ਵਿੱਚ ਬੋਲਣਾ। ਉਹਨਾਂ ਦਾ ਮੰਨਣਾ ਸੀ ਕਿ ਰੋਗ ਮੁਕਤੀ, ਉਤਪਾਦਨ ਅਤੇ ਸੁਰੱਖਿਆ ਦੇਸ਼ ਨੂੰ ਅੱਗੇ ਲਿਜਾਣ ਸਹਾਈ ਹੋ ਸਕਦੇ ਹਨ। ਸਾਰੂ ਅਰਥ ਵਿਵਸਥਾ ਅਤੇ ਪ੍ਰਬੰਧਕੀ ਸਮਰੱਥਾ ਨਾਲ ਦੁਨੀਆ 'ਚ ਆਪਣਾ ਵਕਾਰ ਬਣਾਇਆ ਜਾ ਸਕਦਾ ਹੈ। ਉਸਾਰੂ ਮਤਲਬ ਪ੍ਰਗਤੀ ਵਾਲੀ, ਹਾਂ ਪੱਖੀ। ਲੋਕ ਰਾਜੀ ਪ੍ਰਣਾਲੀ ਵਿੱਚ ਸੰਵਿਧਾਨ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੈ। ਔਰਤਾਂ ਸਮੇਤ ਸਭ ਨੂੰ ਅਧਿਕਾਰਾਂ ਦਾ ਗਿਆਨ ਹੋਣਾ ਚਾਹੀਦਾ ਹੈ। ਡਾਕਟਰ ਕਲਾਮ ਨੇ ਸਰਬ ਧਰਮ ਵਾਲੀ ਸੋਚ ਨੂੰ ਦੇਸ਼ ਦੀ ਤਾਕਤ ਕਰਾਰ ਦਿੱਤਾ। ਆਪਣੀ ਸਖਤ ਮਿਹਨਤ ਰਾਹੀਂ ਡਾਕਟਰ ਕਲਾਮ ਨੇ ਨੇਕ ਵਿਚਾਰਾਂ ਦਾ ਨਿਰਮਾਣ ਕੀਤਾ। ਉਹ ਕਿਆ ਕਰਦੇ ਸਨ, ਸੁਪਨੇ ਉਹ ਨਹੀਂ ਹੁੰਦੇ ਜੋ ਤੁਸੀਂ ਨੀਂਦ ਵਿੱਚ ਵੇਖਦੇ ਹੋ, ਬਲਕਿ ਸੁਪਨੇ ਉਹ ਹੁੰਦੇ ਹਨ ਜੋ ਤੁਹਾਨੂੰ ਸੌਣ ਨਹੀਂ ਦਿੰਦੇ। 27 ਜੁਲਾਈ 2015 ਨੂੰ ਡਾਕਟਰ ਕਲਾਮ 83 ਵਰ੍ਹਿਆਂ ਦੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਆਖ ਗਏ। ਅਲਵਿਦਾ ਦਾ ਮਤਲਬ ਹੁੰਦਾ ਹੈ ਵਿਦਾ ਹੋਣਾ, ਛੱਡ ਕੇ ਚਲੇ ਜਾਣਾ। ਉਹ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਵਿੱਚ ਭਾਸ਼ਣ ਦੇ ਰਹੇ ਸਨ ਕਿ ਉਹਨਾਂ ਦਾ ਦਿਲ ਦੇ ਦੌਰੇ ਨਾਲ ਦੇਹਾਂਤ ਹੋ ਗਿਆ। 23 ਜੁਲਾਈ 2015 ਨੂੰ ਉਹਨਾਂ ਦੇ ਆਪਣੇ ਸੂਬੇ ਵਿੱਚ ਪੂਰੇ ਸਰਕਾਰੀ ਸਨਮਾਨਾਂ ਨਾਲ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਤਾਮਿਲਨਾਡੂ ਸਰਕਾਰ ਨੇ ਵਿਗਿਆਨੀਆਂ ਅਤੇ ਮਾਨਵੀ ਵਿਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਲੋਕਾਂ ਲਈ ਡਾਕਟਰ APJ ਅਬਦੁਲ ਕਲਾਮ ਐਵਾਰਡ ਨਾਂ ਦਾ ਇੱਕ ਇਨਾਮ ਵੀ ਸ਼ੁਰੂ ਕੀਤਾ। ਉਹਨਾਂ ਦੇ ਜਨਮ ਦਿਨ 15 ਅਕਤੂਬਰ ਨੂੰ ਨੌਜਵਾਨ ਪੁਨਰ ਜਾਗਰਣ ਦਿਵਸ ਵਜੋਂ ਐਲਾਨਿਆ ਗਿਆ। ਡਾਕਟਰ ਅਬਦੁਲ ਕਲਾਮ ਨੂੰ 40 ਯੂਨੀਵਰਸਿਟੀਆਂ ਨੇ ਡਾਕਟਰੇਟ ਦੀ ਆਨਰੇਰੀ ਡਿਗਰੀ ਨਾਲ ਨਿਵਾਜਿਆ। ਸਰਕਾਰੀ ਰੱਖਿਆ ਤਕਨਾਲੋਜੀ ਦੇ ਨਵੀਨੀਕਰਨ ਦਾ ਮਤਲਬ ਹੁੰਦਾ ਨਵਾਂ ਬਣਾਉਣਾ, ਨਵਾਂ ਰੂਪ ਦੇਣਾ। ਸਰਕਾਰੀ ਰੱਖਿਆ ਤਕਨਾਲੋਜੀ ਦੇ ਨਵੀਨੀਕਰਨ ਲਈ ਉਹਨਾਂ ਨੂੰ ਭਾਰਤ ਦੇ ਸਰਬ ਉੱਚ ਸਿਵਲ ਇਨਾਮਾਂ ਪਦਮ ਭੂਸ਼ਣ, ਵਿਭੂਸ਼ਣ, ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਨੇ ਸਵੈ ਜੀਵਨੀ ਵਿੰਗਸ ਆਫ ਫਾਇਰ ਸਮੇਤ ਕਈ ਪੁਸਤਕਾਂ ਦੀ ਰਚਨਾ ਕੀਤੀ। ਕਿਹਾ ਜਾਂਦਾ ਹੈ ਕਿ ਦੱਖਣੀ ਕੋਰੀਆ ਵਿੱਚ ਉਹਨਾਂ ਦੀਆਂ ਲਿਖੀਆਂ ਕਿਤਾਬਾਂ ਦੇ ਅਨੁਵਾਦ ਪੜ੍ਹਨ ਦੀ ਵੱਡੀ ਮੰਗ ਰਹੀ ਹੈ। ਕਲਾਮ ਦੇ ਨਾਮ ਉੱਪਰ ਦੇਸ਼ ਵਿੱਚ ਕਈ ਸੰਸਥਾਵਾਂ ਸਥਾਪਿਤ ਕੀਤੀਆਂ ਗਈਆਂ ਹਨ। ਨਿਰਸੰਦੇਹ ਉਹ ਹਰ ਦੇਸ਼ਵਾਸੀ ਦੇ ਪ੍ਰੇਰਨਾ ਸਰੋਤ ਸਨ। ਨਿਰਸੰਦੇਹ ਦਾ ਮਤਲਬ ਹੁੰਦਾ ਹੈ ਬਿਨਾਂ ਸ਼ੱਕ, ਨਿਸ਼ਚਿਤ ਰੂਪ ਵਿੱਚ। ਇਹ ਸੀ ਤੁਹਾਡਾ ਪਾਠ ਅੰਤਕ ਵਿਗਿਆਨੀ ਡਾਕਟਰ ਅਬਦੁਲ ਕਲਾਮ। ਆਓ ਹੁਣ ਇਸ ਪਾਠ ਨਾਲ ਸੰਬੰਧਿਤ ਕੁਝ ਜ਼ਰੂਰੀ ਗੱਲਾਂ ਯਾਦ ਕਰਦੇ ਹਾਂ। ਡਾਕਟਰ ਕਲਾਮ ਦਾ ਜਨਮ ਇੱਕ ਮੁਸਲਿਮ ਪਰਿਵਾਰ ਵਿੱਚ ਹੋਇਆ। ਡਾਕਟਰ ਕਲਾਮ ਦਾ ਜਨਮ ਸਥਾਨ ਧਨੁਸ਼ਕੋਡੀ, ਤਾਮਿਲਨਾਡੂ ਵਿੱਚ ਹੈ। ਡਾਕਟਰ ਕਲਾਮ ਦੇ ਪੁਰਖਿਆਂ ਦਾ ਕਿਸ਼ਤੀਆਂ ਦਾ ਵਪਾਰ ਸੀ। ਡਾਕਟਰ ਅਬਦੁਲ ਕਲਾਮ ਦੀ ਅੰਕ ਗਣਿਤ ਵਿੱਚ ਵਿਸ਼ੇਸ਼ ਰੁਚੀ ਸੀ। ਡਾਕਟਰ APJ ਅਬਦੁਲ ਕਲਾਮ 2002 ਵਿੱਚ ਰਾਸ਼ਟਰਪਤੀ ਬਣੇ। ਡਾਕਟਰ ਕਲਾਮ ਭਾਰਤ ਦੇ 11ਵੇਂ ਰਾਸ਼ਟਰਪਤੀ ਸਨ। I Am ਕਲਾਮ ਫਿਲਮ 2011 ਵਿੱਚ ਬਣੀ।
ਡਾਕਟਰ ਕਲਾਮ ਦਾ ਜਨਮ ਦਿਵਸ ਨੌਜਵਾਨ ਪੁਨਰ ਜਾਗਰਣ ਦਿਵਸ ਵਜੋਂ ਮਨਾਇਆ ਜਾਂਦਾ ਹੈ। ਡਾਕਟਰ ਕਲਾਮ ਦੀ ਸਵੈ ਜੀਵਨੀ ਦਾ ਨਾਂ ਹੈ ਵਿੰਗਸ ਆਫ ਫਾਇਰ।